ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਹਨ ਰੀਅਲ ਅਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਅਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਬਾਈਡਨ ਨੇ ਆਰਥਿਕ ਰਾਹਤ ਦੇਣ ਦੇ ਹੁਕਮ ਤੇ ਕੀਤੇ ਦਸਤਖਤ। ਟਰੰਪ ਖਿਲਾਫ ਮਹਾਦੋਸ਼ ਦੀ ਸੁਣਵਾਈ 8 ਫਰਵਰੀ ਤੋਂ। ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਮਗਰੋਂ ਜੋ ਬਾਈਡਨ ਨੇ ਆਪਣੇ ਗੁਆਂਢੀ ਦੇਸ਼ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਗੱਲ। ਬਾਈਡਨ ਨੇ ਬ੍ਰਿਟੇਨ ਦੇ PM ਅਤੇ ਮੈਕਸੀਕੋ ਦੇ ਰਾਸ਼ਟਰਪਤੀ ਨਾਲ ਵੀ ਕੀਤੀ ਗੱਲਬਾਤ। ਉਪ ਰਾਸ਼ਟਰਪਤੀ ਹੈਰਿਸ ਆਰਜ਼ੀ ਤੌਰ ਤੇ ਰਹਿਣਗੇ ਬਲੇਅਰ ਹਾਊਸ ਵਿੱਚ। ਮਿਸ਼ੀਗਨ ਦੇ ਵਿਅਕਤੀ ਨੇ ਜਿੱਤੀ $1 ਅਰਬ ਦੀ ਲਾਟਰੀ। ਮਾਲੀਆ ਨੇ UK ਵਿੱਚ ਟਿਕੇ ਰਹਿਣ ਲਈ ਹੋਰ ਰਾਹ ਲੱਭਿਆ। ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਦੇ ਤੀਜੇ ਦਿਨ ਬਾਈਡਨ ਨੇ ਅਮਰੀਕੀਆਂ ਲਈ ਬਚਾਅ ਯੋਜਨਾ ਦੀ ਘੋਸ਼ਣਾ ਕੀਤੀ ਹੈ। ਇਸ ਤਹਿਤ ਉਨ੍ਹਾਂ ਅਮਰੀਕੀਆਂ ਨੂੰ ਆਰਥਿਕ ਰਾਹਤ ਪ੍ਰਦਾਨ ਕੀਤੀ ਜਾਵੇਗੀ ਜੋ ਕਰੋਨਾ ਵਾਇਰਸ ਮਹਾਮਾਰੀ ਕਾਰਨ ਸੰਕਟ ਵਿੱਚ ਹਨ। ਬਾਈਡਨ ਨੇ ਕਿਹਾ, ਅਸੀਂ ਲੋਕਾਂ ਨੂੰ $2000 ਦੇ ਸਿੱਧੇ ਭੁਗਤਾਨ ਦਾ ਕੰਮ ਪੂਰਾ ਕਰਾਂਗੇ। ਪਹਿਲਾਂ ਜੋ $600 ਮਨਜ਼ੂਰ ਕੀਤੇ ਗਏ ਹਨ ਉਹ ਕਾਫੀ ਨਹੀਂ ਹਨ। ਇੰਨੀ ਰਾਸ਼ੀ ਵਿੱਚ ਜੇਕਰ ਤੁਹਾਨੂੰ ਕਿਰਾਇਆ ਦੇਣ ਜਾਂ ਭੋਜਨ ਖਰੀਦਣ ਦੇ ਬਦਲ ਨੂੰ ਚੁਣਨਾ ਪਵੇ ਤਾਂ ਇਹ ਸੌਖਾ ਨਹੀਂ ਹੋਵੇਗਾ। ਬਾਈਡਨ ਨੇ ਵਾਈਟ ਹਾਊਸ ਵਿੱਚ ਆਪਣੇ ਸੰਬੋਧਨ ਵਿੱਚ ਕਿਹਾ, ਅਸੀਂ ਆਪਣੇ ਲੋਕਾਂ ਨੂੰ ਭੁੱਖਾ ਨਹੀਂ ਛੱਡ ਸਕਦੇ। ਅਸੀਂ ਲੋਕਾਂ ਨੂੰ ਉਸ ਕਾਰਨ ਘਰ ਖਾਲੀ ਕਰਨ ਦੀ ਆਗਿਆ ਨਹੀਂ ਦੇ ਸਕਦੇ ਜਿਸ ਪਿੱਛੇ ਉਹ ਖੁਦ ਨਹੀਂ ਹਨ। ਬਾਈਡਨ ਨੇ ਕਿਹਾ ਕਿ ਉਸ ਦੀ ਇਸ ਰਾਹਤ ਯੋਜਨਾ ਨਾਲ ਅਰਥ ਵਿਵਸਥਾ ਵਧੇਰੇ ਤੇਜ਼ੀ ਨਾਲ ਪੂਰੇ ਰੋਜ਼ਗਾਰ ਵੱਲ ਵਧੇਗੀ। ਬਾਈਡਨ ਨੇ 15 ਜਨਵਰੀ ਨੂੰ ਅਮਰੀਕੀ ਅਰਥ ਵਿਵਸਥਾ ਲਈ $1900 ਅਰਬ ਦੇ ਕਰੋਨਾ ਵਾਇਰਸ ਰਾਹਤ ਪੈਕੇਜ ਦੀ ਘੋਸ਼ਣਾ ਕੀਤੀ ਸੀ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਸੈਨੇਟ ਵਿੱਚ ਮਹਾਦੋਸ਼ ਮਾਮਲੇ ਦੀ ਸੁਣਵਾਈ 8 ਫਰਵਰੀ ਤੋਂ ਸ਼ੁਰੂ ਹੋਵੇਗੀ। ਸੈਨੇਟ ਵਿੱਚ ਬਹੁ ਗਿਣਤੀ ਨੇਤਾ ਚੁੱਕ ਸ਼ੂਮਰ ਨੇ ਇਹ ਜਾਣਕਾਰੀ ਦਿੱਤੀ। ਸ਼ੂਮਰ ਨੇ ਸੈਨੇਟ ਵਿੱਚ ਕਿਹਾ, ਸਾਡੇ ਵਿੱਚੋਂ ਕੋਈ ਵੀ 6 ਜਨਵਰੀ ਨੂੰ ਡੋਨਾਲਡ ਟਰੰਪ ਦੁਆਰਾ ਭੜਕਾਏ ਦੰਗਿਆਂ ਨੂੰ ਭੁਲਾ ਨਹੀਂ ਸਕਦਾ। 100 ਮੈਂਬਰੀ ਸੈਨੇਟ ਵਿੱਚ ਡੈਮੋਕ੍ਰੈਟਿਕਸ ਅਤੇ ਰਿਪਬਲਿਕਨ ਪਾਰਟੀਆਂ ਵੱਲੋਂ 50-50 ਮੈਂਬਰ ਹਨ। ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਮਗਰੋਂ ਜੋ ਬਾਈਡਨ ਨੇ ਆਪਣੇ ਗੁਆਂਢੀ ਦੇਸ਼ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ। ਦੋਹਾਂ ਵਿਚਕਾਰ ਫੋਨ ਤੇ ਗੱਲ ਹੋਈ। ਇਸ ਦੌਰਾਨ ਉਹਨਾਂ ਵੱਲੋਂ ਕੀਸਟੋਨ XL ਪਾਈਪਲਾਈਨ ਸਣੇ ਕਈ ਹੋਰ ਦੋਪੱਖੀ ਸੰਬੰਧਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਕੈਨੇਡਾ ਤੇ ਅਮਰੀਕਾ ਕੋਲ ਬਹੁਤ ਸਾਰੇ ਸਾਂਝੇ ਪ੍ਰੋਜੈਕਟ ਹਨ ਜਿਨ੍ਹਾਂ ਤੇ ਗੱਲਬਾਤ ਹੋਣੀ ਜ਼ਰੂਰੀ ਹੈ ਤੇ ਦੋਵਾਂ ਦੇਸ਼ ਇੱਕ ਦੂਜੇ ਦੇ ਚੰਗੇ ਸਹਿਯੋਗੀ ਰਹੇ ਹਨ। ਦੋਹਾਂ ਦੇਸ਼ਾਂ ਦੇ ਮੁਖੀਆਂ ਨੇ ਲਗਭਗ 30 ਮਿੰਟਾਂ ਤੱਕ ਗੱਲਬਾਤ ਕੀਤੀ ਤੇ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਉਹ ਬਾਈਡਨ ਨਾਲ ਕੰਮ ਕਰਨ ਨੂੰ ਲੈ ਕੇ ਆਸਵੰਦ ਹਨ। ਦੱਸ ਦਈਏ ਕਿ ਰਾਸ਼ਟਰਪਤੀ ਬਾਈਡਨ ਨੇ ਸੱਤਾ ਸੰਭਾਲਦਿਆਂ ਹੀ ਕੈਨੇਡਾ ਦੀ ਕੀਸਟੋਨ XL ਪਾਈਪਲਾਈਨ ਯੋਜਨਾ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 2015 ਵਿੱਚ ਬਰਾਕ ਓਬਾਮਾ ਨੇ ਵੀ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਫਿਰ 2017 ਵਿੱਚ ਡੋਨਾਲਡ ਟਰੰਪ ਨੇ ਇਸ ਫੈਸਲੇ ਨੂੰ ਉਲਟਾ ਦਿੱਤਾ ਅਤੇ ਪਰਮਿਟ ਜਾਰੀ ਕਰ ਦਿੱਤਾ। 2019 ਵਿੱਚ ਇਸ ਪਾਈਪਲਾਈਨ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ। ਕੀਸਟੋਨ ਕੈਨੇਡਾ ਅਤੇ ਅਮਰੀਕਾ ਵਿਚਕਾਰ ਇੱਕ ਤੇਲ ਪਾਈਪਲਾਈਨ ਹੈ। ਸੰਯੁਕਤ ਰਾਜ ਅਮਰੀਕਾ ਤੇ ਵਾਤਾਵਰਣ ਪੱਖੀ ਲੋਕ ਤੇ ਸੰਗਠਨ ਇਸ ਦੇ ਵਿਰੋਧ ਵਿੱਚ ਰਹੇ ਹਨ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਸ ਪਾਈਪਲਾਈਨ ਜ਼ਰੀਏ ਜੋ ਤੇਲ ਆਉਣ ਵਾਲਾ ਹੈ ਉਸ ਤੋਂ ਹੋਣ ਵਾਲੀ ਕਾਰਬਨ ਨਿਕਾਸੀ 30% ਜ਼ਿਆਦਾ ਹੈ। ਟਰੰਪ ਨੇ ਸਾਲ 2019 ਵਿੱਚ ਕੈਨੇਡਾ ਨਾਲ 1900 ਕਿਲੋਮੀਟਰ ਲੰਬੀ ਤੇਲ ਪਾਈਪਲਾਈਨ ਬਣਾਉਣ ਦਾ ਕਰਾਰ ਕੀਤਾ ਸੀ। ਇਸ ਜ਼ਰੀਏ ਇੱਕ ਦਿਨ ਵਿੱਚ ਲਗਭਗ 8,30,000 ਬੈਰਲ ਭਾਰੀ ਕੱਚੇ ਤੇਲ ਨੂੰ ਕੈਨੇਡਾ ਦੇ ਅਲਬਰਟਾ ਤੋਂ ਅਮਰੀਕਾ ਨੇਬਰਾਸਕਾ ਲਿਜਾਣ ਦੀ ਯੋਜਨਾ ਸੀ। ਹਾਲਾਂਕਿ ਬਾਈਡਨ ਨੇ ਇਸ ਨੂੰ ਰੱਦ ਕਰਕੇ ਇਹ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਅਮਰੀਕਾ ਹੁਣ ਸਿਰਫ ਸਵੱਛ ਊਰਜਾ ਤੇ ਜ਼ੋਰ ਦੇਵੇਗਾ। ਦੱਸਿਆ ਜਾ ਰਿਹਾ ਹੈ ਕਿ ਅਗਲੇ ਮਹੀਨੇ ਦੋਵੇਂ ਨੇਤਾ ਬੈਠਕ ਕਰ ਸਕਦੇ ਹਨ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਦੋਹਾਂ ਦੇਸ਼ਾਂ ਦਰਮਿਆਨ ਵਿਸ਼ੇਸ਼ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਇੱਛਾ ਜ਼ਾਹਿਰ ਕੀਤੀ। ਵਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ। ਬ੍ਰਿਟੇਨ ਇਸ ਸਾਲ G7 ਸੰਮੇਲਨ ਅਤੇ ਸੰਯੁਕਤ ਰਾਸ਼ਟਰ ਜਲਵਾਯੂ ਤਬਦੀਲੀ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਬਾਈਡਨ ਨੇ ਜੌਨਸਨ ਨਾਲ ਗੱਲਬਾਤ ਦੌਰਾਨ ਸਹਿਯੋਗ ਕਰਨ ਦੀ ਇੱਛਾ ਜ਼ਾਹਿਰ ਕੀਤੀ। ਸ਼ਨੀਵਾਰ ਨੂੰ ਹੋਈ ਇਸ ਗੱਲਬਾਤ ਵਿੱਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਜੌਨਸਨ ਨੇ ਰਾਸ਼ਟਰਪਤੀ ਬਾਈਡਨ ਨੂੰ ਕਿਹਾ ਕਿ ਉਹ ਅਮਰੀਕਾ ਬ੍ਰਿਟੇਨ ਵਿਚਾਲੇ ਨਵਾਂ ਕਾਰੋਬਾਰੀ ਸੌਦਾ ਕਰਨ ਦੇ ਚਾਹਵਾਨ ਹਨ। ਡਾਊਨਿੰਗ ਸਟਰੀਟ ਤੋਂ ਜਾਰੀ ਬਿਆਨ ਵਿੱਚ ਇਹ ਕਿਹਾ ਗਿਆ, ਨਵਾਂ ਕਾਰੋਬਾਰੀ ਸਮਝੌਤਾ ਹੋਣਾ ਬਾਈਡਨ ਤੋਂ ਵੱਧ ਜੌਨਸਨ ਲਈ ਮਹੱਤਵਪੂਰਨ ਹੈ। ਬ੍ਰੈਗਜ਼ਿਟ ਦੀ ਮਿਆਦ ਖਤਮ ਹੋਣ ਮਗਰੋਂ ਬ੍ਰਿਟੇਨ ਦਾ ਧਿਆਨ ਹੁਣ ਆਪਣੀ ਰਾਸ਼ਟਰੀ ਕਾਰੋਬਾਰ ਨੀਤੀ ਤੇ ਹੈ। ਭਾਵੇਂ ਕਿ ਵਾਈਟ ਹਾਊਸ ਦੀ ਸਕੱਤਰ ਜੇਨ ਸਾਕੀਨੋ ਸ਼ੁੱਕਰਵਾਰ ਨੂੰ ਕਿਹਾ ਕਿ ਬਾਈਡਨ ਪ੍ਰਸ਼ਾਸਨ ਨੇ ਨਵਾਂ ਕਾਰੋਬਾਰੀ ਸਮਝੌਤਾ ਕਰਨ ਲਈ ਕੋਈ ਸਮੇਂ ਸੀਮਾ
ਸੀਮਾ ਤੈਅ ਨਹੀਂ ਕੀਤੀ ਕਿਉਂਕਿ ਫਿਲਹਾਲ ਬਾਈਡਨ ਪ੍ਰਸ਼ਾਸਨ ਦਾ ਧਿਆਨ ਕੋਵਿਡ-19 ਮਹਾਮਾਰੀ ਨੂੰ ਕੰਟਰੋਲ ਕਰਨ ਤੇ ਹੈ। ਵਾਈਟ ਹਾਊਸ ਦੇ ਇੱਕ ਬਿਆਨ ਵਿੱਚ ਕਿਹਾ ਕਿ ਰਾਸ਼ਟਰਪਤੀ ਨੇ ਦੋਹਾਂ ਦੇਸ਼ਾਂ ਦੇ ਵਿਚਾਲੇ ਖਾਸ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਅਟਲਾਂਟਿਕ ਪਾਰ ਦੇ ਸੰਬੰਧਾਂ ਨੂੰ ਸੁਰਜੀਤ ਕਰਨ ਦਾ ਆਪਣਾ ਇਰਾਦਾ ਜ਼ਾਹਿਰ ਕੀਤਾ ਅਤੇ ਸਾਂਝਾ ਰੱਖਿਆ ਅਤੇ ਸਾਂਝੀਆਂ ਕਦਰਾਂ ਕੀਮਤਾਂ ਵਿੱਚ ਨਾਟੋ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਬਿਆਨ ਵਿੱਚ ਦੱਸਿਆ ਗਿਆ ਕਿ ਬਾਈਡਨ ਨੇ ਜਲਵਾਯੂ ਤਬਦੀਲੀ, ਕੋਵਿਡ-19 ਮਹਾਮਾਰੀ ਨੂੰ ਕੰਟਰੋਲ ਕਰਨ ਅਤੇ ਗਲੋਬਲ ਸਿਹਤ ਸੁਰੱਖਿਆ ਜਿਹੀਆਂ ਚੁਣੌਤੀਆਂ ਤੇ ਵੀ ਬਹੁਪੱਖੀ ਸੰਗਠਨਾਂ ਦੇ ਜ਼ਰੀਏ ਸਹਿਯੋਗ ਦੀ ਮਹੱਤਤਾ ਤੇ ਜ਼ੋਰ ਦਿੱਤਾ। ਦੋਹਾਂ ਨੇਤਾਵਾਂ ਨੇ ਚੀਨ, ਈਰਾਨ ਅਤੇ ਰੂਸ ਨੂੰ ਲੈ ਕੇ ਸਾਂਝੀ ਵਿਦੇਸ਼ ਨੀਤੀ ਤਰਜੀਹਾਂ ਦੇ ਤਾਲਮੇਲ ਦੀ ਲੋੜ ਤੇ ਵੀ ਚਰਚਾ ਕੀਤੀ। ਬਾਈਡਨ ਨੇ ਸ਼ੁੱਕਰਵਾਰ ਨੂੰ ਮੈਕਸੀਕੋ ਦੇ ਰਾਸ਼ਟਰਪਤੀ ਐਂਡਰੇਸ ਮੈਨੂਏਲ ਲੋਪੇਜ਼ ਓਬਰਾਡੋਰ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਦੋਹਾਂ ਨੇਤਾਵਾਂ ਨੇ ਖੇਤਰੀ ਇਮੀਗ੍ਰੇਸ਼ਨ ਅਤੇ ਮਹਾਮਾਰੀ ਸਮੇਤ ਵਿਭਿੰਨ ਦੋਪੱਖੀ ਸਹਿਯੋਗ ਦੇ ਹੋਰ ਮੁੱਦਿਆਂ ਤੇ ਚਰਚਾ ਕੀਤੀ। ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਸਹਾਇਕ ਅਨੁਸਾਰ ਨੇਵਲ ਆਬਜ਼ਰਵੇਟਰੀ ਵਿਖੇ ਉਪ ਰਾਸ਼ਟਰਪਤੀ ਦੇ ਅਧਿਕਾਰਤ ਰਿਹਾਇਸ਼ ਘਰ ਜਾਣ ਤੋਂ ਪਹਿਲਾਂ ਕਮਲਾ ਹੈਰਿਸ ਅਤੇ ਉਹਨਾਂ ਦੇ ਪਤੀ ਡਗ ਐਮਹੋਫ ਵਾਈਟ ਹਾਊਸ ਦੇ ਨੇੜੇ ਅਸਥਾਈ ਤੌਰ ਤੇ ਬਲੇਅਰ ਹਾਊਸ ਵਿੱਚ ਰਹਿਣਗੇ। ਜਾਣਕਾਰੀ ਅਨੁਸਾਰ ਉਪ ਰਾਸ਼ਟਰਪਤੀ ਦੀ ਅਧਿਕਾਰਤ ਸਰਕਾਰੀ ਰਿਹਾਇਸ਼ ਵਿੱਚ ਚਿਮਨੀਆਂ ਅਤੇ ਹੋਰ ਘਰੇਲੂ ਪ੍ਰਬੰਧਾਂ ਦੀ ਮੁਰੰਮਤ ਦਾ ਕੰਮ ਚੱਲਦੇ ਹੋਣ ਕਾਰਨ ਹੈਰਿਸ ਨੂੰ ਬਲੇਅਰ ਹਾਊਸ ਵਿੱਚ ਜਾਣਾ ਪੈ ਰਿਹਾ ਹੈ। ਹਾਲਾਂਕਿ ਕਮਲਾ ਹੈਰਿਸ ਅਤੇ ਉਹਨਾਂ ਦੇ ਪਤੀ ਵਾਸ਼ਿੰਗਟਨ ਡੀਸੀ ਵਿੱਚ ਇੱਕ ਘਰ ਦੇ ਮਾਲਕ ਹਨ, ਪਰ ਉਹ ਘਰ ਇੱਕ ਉਪ ਰਾਸ਼ਟਰਪਤੀ ਲਈ ਸੁਰੱਖਿਆ ਦੇ ਪ੍ਰੋਟੋਕੋਲ ਨੂੰ ਪੂਰਾ ਨਹੀਂ ਕਰਦਾ। ਬਲੇਅਰ ਹਾਊਸ ਵਾਈਟ ਹਾਊਸ ਦੀ ਗਲੀ ਦੇ ਪਾਰ ਪੈਨਸਿਲਵੇਨੀਆ ਐਵਨਿਊ ਤੇ ਸਥਿਤ ਹੈ। 1824 ਵਿੱਚ ਬਣਿਆ ਇਹ ਘਰ ਰਾਸ਼ਟਰਪਤੀ ਦੇ ਸਰਕਾਰੀ ਮਹਿਮਾਨਾਂ ਦੀ ਮੇਜ਼ਬਾਨੀ ਲਈ ਵਰਤਿਆ ਜਾਂਦਾ ਹੈ, ਜਿਸ ਵਿੱਚ ਵਿਦੇਸ਼ੀ ਸੂਬਿਆਂ ਦੇ ਪ੍ਰਧਾਨ ਵੀ ਸ਼ਾਮਲ ਹਨ। ਰਾਸ਼ਟਰਪਤੀ ਚੁਣੇ ਗਏ ਉਮੀਦਵਾਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੇ ਪਿਛਲੇ 40 ਸਾਲਾਂ ਤੋਂ ਬਲੇਅਰ ਹਾਊਸ ਵਿਖੇ ਸਹੁੰ ਚੁੱਕ ਸਮਾਰੋਹ ਤੋਂ ਪਹਿਲਾਂ ਦੀ ਰਾਤ ਬਤੀਤ ਕੀਤੀ ਹੈ। ਹਾਲ ਹੀ ਵਿੱਚ ਰਾਸ਼ਟਰਪਤੀ ਜੋ ਬਾਈਡਨ ਅਤੇ ਉਹਨਾਂ ਦੇ ਕੁਝ ਪਰਿਵਾਰਕ ਮੈਂਬਰਾਂ ਨੇ ਵੀ ਉਹਨਾਂ ਦੀ ਤਾਜਪੋਸ਼ੀ ਤੋਂ ਇੱਕ ਰਾਤ ਪਹਿਲਾਂ ਬਲੇਅਰ ਹਾਊਸ ਵਿੱਚ ਰਹੇ। ਕਮਲਾ ਹੈਰਿਸ ਅਤੇ ਐਮਹੋਫ ਦੇ ਆਪਣੇ ਨਵੇਂ ਅਸਥਾਈ ਘਰ ਵਿੱਚ ਕਿੰਨਾ ਸਮਾਂ ਰਹਿਣਗੇ, ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ। ਅਮਰੀਕਾ ਵਿੱਚ ਇੱਕ ਵਿਅਕਤੀ ਦੀ ਕਿਸਮਤ ਰਾਤੋਂ ਰਾਤ ਅਜਿਹੀ ਪਲਟੀ ਕਿ ਉਹ ਅਰਬਪਤੀ ਬਣ ਗਿਆ। ਮਿਸ਼ੀਗਨ ਦੇ ਰਹਿਣ ਵਾਲੇ ਵਿਅਕਤੀ ਨੇ ਸ਼ੁੱਕਰਵਾਰ ਸ਼ਾਮ $1 ਅਰਬ ਦੀ ਲਾਟਰੀ ਜਿੱਤੀ। ਲਾਟਰੀ ਦਾ ਆਯੋਜਨ ਕਰਨ ਵਾਲਿਆਂ ਨੇ ਦੱਸਿਆ ਕਿ ਇਸ ਵਿਅਕਤੀ ਵੱਲੋਂ ਜਿੱਤੀ ਗਈ ਲਾਟਰੀ ਮੈਗਾ ਮਿਲੀਅਨਸ ਜੈਕਪਾਟ ਦੀ ਸਭ ਤੋਂ ਕੀਮਤੀ ਲਾਟਰੀ ਸੀ। ਮੈਗਾ ਮਿਲੀਅਨਸ ਜੈਕਪਾਟ ਨਾਂ ਦੀ ਇਸ ਕੰਪਨੀ ਮੁਤਾਬਕ ਜੇਤੂ ਨੇ ਜਿਸ ਟਿਕਟ ਨੂੰ ਖਰੀਦਿਆ ਸੀ ਉਸ ਨੂੰ 6 ਨੰਬਰ 4, 26, 42, 50, 60 ਅਤੇ 24 ਲਾਟਰੀ ਟਿਕਟ ਦੇ ਨਾਲ ਮੇਲ ਖਾ ਰਹੇ ਸਨ ਅਤੇ ਇਸ ਤਰ੍ਹਾਂ ਉਸਨੇ $1 ਅਰਬ ਦਾ ਇਨਾਮ ਜਿੱਤਿਆ। ਜੇਤੂ ਟਿਕਟ 9ਵੀਂ ਦੇ ਡੇਟਰਾਇਟ ਉਪਨਗਰ ਵਿੱਚ ਕਰੋਜ਼ਰ ਸਟੋਰ ਤੇ ਖਰੀਦਿਆ ਗਿਆ ਸੀ। ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵੱਲੋਂ 26 ਜਨਵਰੀ ਨੂੰ ਐਲਾਨੀ ਹੋਈ ਕਿਸਾਨ ਗਣਤੰਤਰ ਪਰੇਡ ਨੂੰ ਦਿੱਲੀ ਪੁਲਿਸ ਨੇ ਦਿੱਲੀ ਵਿੱਚ ਦਾਖਲ ਹੋਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਰੂਟ ਬਾਰੇ ਕਿਸਾਨ ਆਗੂਆਂ ਤੇ ਦਿੱਲੀ ਪੁਲਿਸ ਦੇ ਅਧਿਕਾਰੀਆਂ ਵੱਲੋਂ ਮੁੱਖ ਸੜਕਾਂ ਦਾ ਦੌਰਾ ਕਰਕੇ ਆਖਰੀ ਯੋਜਨਾ ਉਲੀਕੀ ਜਾਵੇਗੀ। ਕਿਸਾਨ ਆਗੂਆਂ ਨੇ ਇਸ ਮਨਜ਼ੂਰੀ ਨੂੰ ਦੇਸ਼ ਦੇ ਕਿਸਾਨਾਂ ਦੀ ਇੱਕ ਜਿੱਤ ਕਰਾਰ ਦਿੱਤਾ ਹੈ। ਪਰੇਡ ਦੌਰਾਨ ਕਿਸਾਨਾਂ ਦੀ ਹਾਲਾਤ ਤੇ ਸਰਕਾਰੀ ਨੀਤੀਆਂ ਤੇ ਚੋਟ ਕਰਦਿਆਂ ਝਾਕੀਆਂ ਵੀ ਪੇਸ਼ ਕੀਤੀਆਂ ਜਾਣਗੀਆਂ। ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਕੌਮੀ ਗਣਤੰਤਰ ਪਰੇਡ ਦੇ ਬਰਾਬਰ ਦੇਸ਼ ਦਾ ਅੰਨਦਾਤਾ ਪਰੇਡ ਕਰਨ ਲਈ ਵੱਡੀ ਗਿਣਤੀ ਵਿੱਚ ਖੇਤੀ ਸੰਦ ਲੈ ਕੇ ਸੜਕਾਂ ਤੇ ਉਤਰੇਗਾ। ਦਿੱਲੀ ਦੇ ਪੁਲਿਸ ਕਮਿਸ਼ਨਰ ਸ਼੍ਰੀ ਪਾਠਕ ਸੰਯੁਕਤ ਪੁਲਿਸ ਕਮਿਸ਼ਨਰ ਦੇ ਨਾਲ ਕਿਸਾਨ ਆਗੂਆਂ ਵਿਚਾਲੇ ਕਰੀਬ 5 ਘੰਟੇ ਚੱਲੀ ਮੀਟਿੰਗ ਦੌਰਾਨ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਵੱਡੀ ਗਿਣਤੀ ਵਿੱਚ ਟਰੈਕਟਰ ਇਸ ਪਰੇਡ ਵਿੱਚ ਸ਼ਾਮਲ ਹੋਣਗੇ। ਕਿਸਾਨ ਆਗੂਆਂ ਨੇ ਪੁਲਿਸ ਨੂੰ ਭਰੋਸਾ ਦਿੱਤਾ ਕਿ ਪਰੇਡ ਸ਼ਾਂਤਮਈ ਤੇ ਅਨੁਸ਼ਾਸਿਤ ਹੋਵੇਗੀ। ਕਿਸਾਨ ਆਗੂਆਂ ਨੇ ਦੱਸਿਆ ਕਿ ਸਿੰਘੂ, ਟਿਕਰੀ, ਗਾਜ਼ੀਪੁਰ ਤੋਂ ਟਰੈਕਟਰ ਦਿੱਲੀ ਵਿੱਚ ਦਾਖਲ ਹੋਣ ਤੇ ਪਰੇਡ ਦਿੱਲੀ ਦੇ ਅੰਦਰ ਹੀ ਹੋਵੇਗੀ, ਇਸ ਲਈ ਪੁਲਿਸ ਰੋਕਾਂ ਹਟਾ ਦੇਵੇਗੀ। ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਟਰੈਕਟਰਾਂ ਦੀ ਗਿਣਤੀ ਸੀਮਿਤ ਕਰਨ ਦੇ ਸੁਝਾਅ ਨੂੰ ਕਿਸਾਨਾਂ ਨੇ ਇਹ ਆਖਦੇ ਹੋਏ ਰੱਦ ਕਰ ਦਿੱਤਾ ਕਿ ਟਰੈਕਟਰ ਤਾਂ ਬਹੁਤ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ। ਉਹਨਾਂ ਨੇ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਸਾਰੇ ਬੈਰੀਗੇਡ 25 ਜਨਵਰੀ ਨੂੰ ਖੋਲ ਦਿੱਤੇ ਜਾਣਗੇ ਤੇ ਰੂਟ ਮਿਲ ਕੇ ਤੈਅ ਕੀਤਾ ਜਾਵੇਗਾ। ਇਹ ਇਤਿਹਾਸਕ ਪਰੇਡ ਸ਼ਾਂਤਮਈ ਤੇ ਜ਼ਬਤ 'ਚ ਹੋਵੇਗੀ ਤੇ ਕਿਸਾਨ ਦਿੱਲੀ ਅੰਦਰ ਪਰੇਡ ਤੋਂ ਬਾਅਦ ਵਿੱਚ ਦਿੱਲੀ ਵਿੱਚ ਨਹੀਂ ਬੈਠਣਗੇ। ਕਿਸਾਨ ਪਰੇਡ ਦਾ ਕੌਮੀ ਗਣਤੰਤਰ ਦਿਵਸ ਪਰੇਡ ਉੱਪਰ ਕੋਈ ਅਸਰ ਨਹੀਂ ਹੋਵੇਗਾ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਕਰੀਬ 1 ਲੱਖ ਟਰੈਕਟਰ ਪਰੇਡ ਵਿੱਚ ਸ਼ਾਮਲ ਹੋ ਸਕਦੇ ਹਨ। ਕਿਸਾਨਾਂ ਮੁਤਾਬਕ ਇੰਨੀ ਵੱਡੀ ਗਿਣਤੀ ਵਿੱਚ ਆਉਣ ਵਾਲੇ ਸਾਰੇ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣਗੇ, ਜਿਸ ਲਈ ਸੜਕਾਂ ਦੀ ਲੰਬਾਈ 100 ਕਿਲੋਮੀਟਰ ਤੋਂ ਜ਼ਿਆਦਾ ਚਾਹੀਦੀ ਹੈ। 24 ਜਨਵਰੀ ਨੂੰ ਪਰੇਡ ਬਾਰੇ ਇੱਕ ਹੈੱਡਕੁਆਰਟਰ ਵੀ ਕਾਇਮ ਕੀਤਾ ਜਾਵੇਗਾ। ਵਲੰਟੀਅਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਤੇ ਪਰੇਡ ਵਿੱਚ ਸ਼ਾਮਲ ਚਾਲਕਾਂ ਨੂੰ ਜ਼ਰੂਰੀ ਹਦਾਇਤਾਂ ਦੇਣ ਲਈ ਪ੍ਰਬੰਧ ਕੀਤਾ ਜਾਵੇਗਾ। ਇਹ ਪਰੇਡ ਕਰੀਬ 24 ਘੰਟੇ ਚੱਲੇਗੀ, ਜਿਸ ਲਈ ਖਾਣੇ ਤੇ ਹੋਰ ਸਮਾਨ ਦਾ ਪ੍ਰਬੰਧ ਕਰਨਾ ਵੀ ਸ਼ਾਮਲ ਹੈ। ਕਿਸਾਨ ਆਗੂਆਂ ਨੇ ਕਿਸਾਨ ਪਰੇਡ ਵਿੱਚ ਸ਼ਾਮਲ ਕਿਸਾਨਾਂ ਨੂੰ ਅਪੀਲ ਕੀਤੀ ਕਿ ਅਨੁਸ਼ਾਸਨ ਬਣਾਈ ਰੱਖਣ। ਯੋਗਿੰਦਰ ਯਾਦਵ ਨੇ ਕਿਹਾ ਕਿ ਪਰੇਡ ਸ਼ਾਂਤਮਈ ਤੇ ਪੂਰੇ ਪ੍ਰਬੰਧ ਨਾਲ ਚੱਲੇਗੀ।
ਪੰਜਾਬ ਤੋਂ ਕਿਸਾਨਾਂ ਨੇ ਨਵੀਂ ਦਿੱਲੀ ਵਿੱਚ ਹੋਣ ਵਾਲੀ ਟਰੈਕਟਰ ਪਰੇਡ ਵਿੱਚ ਸ਼ਮੂਲੀਅਤ ਕਰਨ ਲਈ ਕਾਫਲਿਆਂ ਦੇ ਰੂਪ ਵਿੱਚ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ। ਸੂਬੇ ਵਿੱਚ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਸੰਘਰਸ਼ ਕਰ ਰਹੀਆਂ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਤੌਰ ਤੇ ਦੱਸਿਆ ਕਿ ਕਿਸਾਨਾਂ ਦੇ ਕਾਫਲੇ ਦਿਨ ਚੜ੍ਹਦੀਆਂ ਦੀ ਖਨੌਰੀ, ਡੱਬ ਵਾਲੀ, ਸਰਦੂਲਗੜ੍ਹ, ਸ਼ੰਭੂ ਅਤੇ ਹੋਰਨਾਂ ਸਰਹੱਦਾਂ ਰਾਹੀਂ ਹਰਿਆਣਾ ਵਿੱਚ ਦਾਖਲ ਹੁੰਦੇ ਹੋਏ ਦਿੱਲੀ ਵੱਲ ਨੂੰ ਰਵਾਨਾ ਹੋਣੇ ਸ਼ੁਰੂ ਹੋ ਗਏ ਨੇ। ਦਿਨ ਢਲਣ ਤੱਕ ਟਰੈਕਟਰਾਂ, ਟਰਾਲੀਆਂ ਦੀਆਂ ਕਤਾਰਾਂ ਕੌਮੀ ਰਾਜਧਾਨੀ ਨੂੰ ਜਾਂਦੀਆਂ ਰਹੀਆਂ। ਗਣਤੰਤਰ ਦਿਵਸ ਮੌਕੇ ਕੀਤੀ ਜਾਣ ਵਾਲੀ ਪ੍ਰਸਤਾਵਿਤ ਟਰੈਕਟਰ ਪਰੇਡ ਲਈ ਕਿਸਾਨਾਂ ਦੇ ਕਾਫਲਿਆਂ ਨੇ ਤਾਂ 20 ਜਨਵਰੀ ਤੋਂ ਹੀ ਦਿੱਲੀ ਨੂੰ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਸਨ, ਪਰ ਵੱਡੀ ਗਿਣਤੀ ਵਿੱਚ ਟਰੈਕਟਰਾਂ ਤੇ ਪਹਿਲਾਂ ਸਰਹੱਦਾਂ ਤੇ ਪੜਾਅ ਕੀਤਾ ਅਤੇ ਉੱਥੇ ਵੱਡੇ ਕਾਫਲਿਆਂ ਦੇ ਰੂਪ ਵਿੱਚ ਕੂਚ ਕੀਤਾ। ਕੇਂਦਰ ਸਰਕਾਰ ਨਾਲ ਗੱਲਬਾਤ ਟੁੱਟਣ ਤੋਂ ਬਾਅਦ ਕਿਸਾਨ ਜੋਸ਼ ਵਿੱਚ ਹਨ, ਇਸ ਲਈ ਗਣਤੰਤਰ ਦਿਵਸ ਦੀ ਟਰੈਕਟਰ ਪਰੇਡ ਇਤਿਹਾਸਕ ਹੋਵੇਗੀ। ਉਧਰ ਪੰਜਾਬ ਵਿੱਚ ਕਿਸਾਨਾਂ ਨੇ ਟੋਲ ਪਲਾਜ਼ਿਆਂ, ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਨੇਤਾਵਾਂ ਦੇ ਘਰ ਮੋਹਰੇ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੋਹਰੇ, ਰੇਲਵੇ ਸਟੇਸ਼ਨਾਂ ਤੇ ਪਾਰਕਾਂ ਵਿੱਚ ਧਰਨੇ ਦਿੱਤੇ। ਗਣਤੰਤਰ ਟਰੈਕਟਰ ਪਰੇਡ ਲਈ ਕਿਸਾਨਾਂ ਵੱਲੋਂ ਕਾਫਲਿਆਂ ਦੇ ਰੂਪ ਵਿੱਚ ਪੰਜਾਬ ਤੋਂ ਕੌਮੀ ਰਾਜਧਾਨੀ ਵੱਲ ਕੂਚ ਕਰਨ ਲਈ ਸੜਕਾਂ ਤੇ ਟਰੈਕਟਰਾਂ ਦੀਆਂ ਹੀ ਕਤਾਰਾਂ ਦਿਖਾਈ ਦੇ ਰਹੀਆਂ ਹਨ। ਨਵੀਂ ਦਿੱਲੀ ਨੂੰ ਨਿੱਜੀ ਕੰਮਾਂ ਲਈ ਜਾਣ ਵਾਲੇ ਵਿਅਕਤੀਆਂ ਵੱਲੋਂ ਆਪਣੇ ਕੰਮਕਾਰ ਮੁਲਤਵੀ ਕਰ ਦਿੱਤੇ ਗਏ ਹਨ। ਪੰਜਾਬ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕਿਸਾਨਾਂ ਦੇ ਅੰਦੋਲਨ ਵਿੱਚ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਪੈਣਾ ਚਾਹੀਦਾ, ਇਸ ਲਈ ਕੰਮਕਾਰ 26 ਜਨਵਰੀ ਤੋਂ ਬਾਅਦ ਵੀ ਕੀਤੇ ਜਾ ਸਕਦੇ ਹਨ। ਅਮਰੀਕਾ ਇੱਕ ਵਿਸ਼ਾਲ ਅਤੇ ਅਮੀਰ ਵਿਰਾਸਤ ਵਾਲਾ ਦੇਸ਼ ਹੈ। ਇੱਥੋਂ ਦੇ ਇਤਿਹਾਸ ਵਿੱਚ ਬਹੁਤ ਬੇਸ਼ਕੀਮਤੀ ਵਸਤਾਂ ਅਤੇ ਹੋਰ ਧਰੋਹਰਾਂ ਦਾ ਜ਼ਿਕਰ ਹੈ। ਅਜਿਹਾ ਹੀ ਇਤਿਹਾਸ ਨਾਲ ਸੰਬੰਧਿਤ ਇੱਕ ਧਰੋਹਰ ਦੇਸ਼ ਦੇ ਸੂਬੇ ਟੈਕਸਾਸ ਵਿੱਚ ਨਿਲਾਮੀ ਰਾਹੀਂ ਸਾਹਮਣੇ ਆਈ। ਇਹ ਕੀਮਤੀ ਚੀਜ਼ 18ਵੀਂ ਸਦੀ ਨਾਲ ਸੰਬੰਧਿਤ 1787 ਵਿੱਚ ਨਿਊਯਾਰਕ ਦੇ ਇੱਕ ਮਸ਼ਹੂਰ ਕਾਰੀਗਰ ਦੁਆਰਾ ਬਣਾਇਆ ਗਿਆ ਦੁਰਲੱਭ ਸੋਨੇ ਦਾ ਸਿੱਕਾ ਹੈ, ਜਿਸ ਨੂੰ ਡਲਾਸ ਵੀਰਵਾਰ ਨੂੰ ਨਿਲਾਮੀ ਦੌਰਾਨ 9.36 ਮਿਲੀਅਨ ਡਾਲਰ ਵਿੱਚ ਵੇਚਿਆ ਗਿਆ। ਡਲਾਸ ਵਿੱਚ ਇਸ ਵਿਰਾਸਤੀ ਨਿਲਾਮੀ ਵਿੱਚ ਸੰਯੁਕਤ ਰਾਜ ਦੇ ਸਿੱਕਿਆਂ ਦੀ ਨਿਲਾਮੀ ਦੇ ਹਿੱਸੇ ਵਜੋਂ ਵੀਰਵਾਰ ਸ਼ਾਮ ਨੂੰ ਨਿਊਯਾਰਕ ਸਟਾਈਲ ਦੇ ਇਸ ਸਿੱਕੇ ਬ੍ਰੈਸ਼ਰ ਡਬਲੂਨ ਦੀ ਪੇਸ਼ਕਸ਼ ਕੀਤੀ ਗਈ। ਨਿਲਾਮੀ ਸੰਸਥਾ ਨੇ ਦੱਸਿਆ ਕਿ ਇਸ ਸੋਨੇ ਦੇ ਸਿੱਕੇ ਲਈ ਸਭ ਤੋਂ ਵੱਧ ਰਕਮ ਅਦਾ ਕੀਤੀ ਗਈ ਹੈ, ਜਦਕਿ ਖਰੀਦਦਾਰ ਦਾ ਨਾਮ ਗੁਮਨਾਮ ਰੱਖਿਆ ਗਿਆ ਹੈ। ਹੈਰੀਟੇਜ ਦੇ ਕਾਰਜਕਾਰੀ ਮੀਤ ਪ੍ਰਧਾਨ ਟੋਡ ਇਫਹੋਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬ੍ਰੈਸ਼ਰ ਡਬਲੂਨ ਸਿੱਕੇ ਇਕੱਠੇ ਅਤੇ ਸਿੱਕੇ ਜਟਾਉਣ ਵਾਲਿਆਂ ਲਈ ਇੱਕ ਪਵਿੱਤਰ ਸਿੱਕੇ ਦੀ ਕਿਸਮ ਹੈ। ਇਸ ਦੇ ਇਲਾਵਾ ਨਿਲਾਮ ਕੀਤਾ ਗਿਆ ਸਿੱਕਾ ਇਸ ਤਰ੍ਹਾਂ ਦੇ ਮੌਜੂਦ 7 ਸਿੱਕਿਆਂ ਵਿੱਚੋਂ ਇੱਕ ਸੀ, ਜੋ ਕਿ ਨਿਊਯਾਰਕ ਦੇ ਬਿਜ਼ਨਸਮੈਨ ਡੋਨਾਲਡ ਜੀ ਪੋਟਰਿਕ ਦੇ ਸਿੱਕਾ ਸੰਗ੍ਰਹਿ ਤੋਂ ਆਇਆ ਹੈ, ਜਿਸ ਨੇ ਇਸ ਨੂੰ 1979 ਵਿੱਚ $7,25,000 ਵਿੱਚ ਖਰੀਦਿਆ ਸੀ। ਸੰਯੁਕਤ ਰਾਜ ਦੇ ਟਕਸਾਲ ਨੇ 1793 ਤੱਕ ਸਿੱਕੇ ਜਾਰੀ ਕਰਨੇ ਸ਼ੁਰੂ ਨਹੀਂ ਕੀਤੇ ਸਨ। ਉਸ ਸਮੇਂ ਤੋਂ ਪਹਿਲਾਂ ਸਿੱਕੇ ਵਸਤੀਵਾਦੀ ਹੁੰਦੇ ਸਨ ਜਾਂ ਨਿੱਜੀ ਅਤੇ ਵਿਦੇਸ਼ੀ ਟਕਸਾਲਾਂ ਦੁਆਰਾ ਚਲਾਏ ਜਾਂਦੇ ਸਨ। ਇਸ ਸਿੱਕੇ ਬਾਰੇ ਇਫਹੋਮ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊਯਾਰਕ ਦੇ ਇੱਕ ਸੋਨੇ ਨਾਲ ਸੰਬੰਧਿਤ ਕਾਰੀਗਰ ਇਫਰੈਮ ਬ੍ਰੈਸ਼ਰ, ਜੋ ਕਿ ਉੱਚ ਗੁਣਵੱਤਾ ਵਾਲੀਆਂ ਚੀਜ਼ਾਂ ਤਿਆਰ ਕਰਨ ਲਈ ਜਾਣਿਆ ਜਾਂਦਾ ਸੀ, ਨੇ ਬ੍ਰੈਸ਼ਰ ਡਬਲੂਨ ਨੂੰ ਬਣਾਇਆ ਸੀ ਅਤੇ ਇਸ ਸਿੱਕੇ ਉੱਤੇ ਵਿਖਾਏ ਗਏ ਤੱਤਾਂ ਵਿੱਚ ਇੱਕ ਬਾਜ਼ ਸ਼ਾਮਲ ਸੀ, ਜੋ ਕਿ ਬਾਅਦ ਵਿੱਚ ਦੇਸ਼ ਦੇ ਸਿੱਕਿਆਂ ਦਾ ਹਿੱਸਾ ਬਣਿਆ। ਵਿਸ਼ਵ ਸਿਹਤ ਸੰਗਠਨ ਨੇ ਸ਼ੁੱਕਰਵਾਰ ਨੂੰ ਐਲਾਨ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਕੋਵੈਕਸ ਪਹਿਲ ਤਹਿਤ ਗਰੀਬ ਦੇਸ਼ਾਂ ਵਿੱਚ ਅਗਲੇ ਮਹੀਨੇ ਤੋਂ ਕਰੋਨਾ ਦੀ ਵੈਕਸੀਨ ਭੇਜੇਗਾ। ਇਸ ਲਈ ਉਸਨੇ ਕੋਵਿਡ-19 ਵੈਕਸੀਨ ਦੀ 40 ਮਿਲੀਅਨ ਡੋਜ਼ ਲਈ ਫਾਈਜ਼ਰ ਬਾਇਓਟੈਕ ਨਾਲ ਇੱਕ ਸਮਝੌਤਾ ਕੀਤਾ ਹੈ। ਦੱਸ ਦਈਏ ਕਿ ਇਹ ਪਹਿਲ ਵੱਖ-ਵੱਖ ਦੇਸ਼ਾਂ ਨੂੰ ਟੀਕਿਆਂ ਤੱਕ ਸ਼ੁਰੂਆਤੀ ਪਹੁੰਚ ਕਾਇਮ ਲਈ ਉਹਨਾਂ ਨੂੰ ਵਿਕਸਿਤ ਕਰਨ 'ਚ ਨਿਵੇਸ਼ ਤੇ ਵਿਕਾਸਸ਼ੀਲ ਦੇਸ਼ਾਂ ਨੂੰ ਵਿੱਤੀ ਮਦਦ ਪਹੁੰਚਾਉਣ ਦੀ ਵਿਵਸਥਾ ਪ੍ਰਦਾਨ ਕਰਦੀ ਹੈ। ਕੋਵੈਕਸ ਦਾ ਸਹਿ ਅਗਵਾਈ ਵਿਸ਼ਵ ਸਿਹਤ ਸੰਗਠਨ ਤੇ ਗਾਵੀ ਵੱਲੋਂ ਕੀਤਾ ਜਾਂਦਾ ਹੈ। ਫਾਈਜ਼ਰ ਬਾਇਓਟੈਕ ਵੈਕਸੀਨ ਨੂੰ WHO ਤੋਂ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਮਿਲੀ ਸੀ। WHO ਦੀ ਇੱਕ ਪ੍ਰੈਸ ਪ੍ਰਕਾਸ਼ਿਤ ਮੁਤਾਬਕ ਘੱਟ ਇਨਕਮ ਵਾਲੇ ਦੇਸ਼ਾਂ ਨੂੰ ਟੀਕੇ ਦੀ ਉਪਲਬਧਤਾ ਤੇ ਕਰੋਨਾ ਮਹਾਮਾਰੀ ਦੇ ਬਚਾਅ ਵਿੱਚ ਮਦਦ ਕਰਨਾ ਇਸ ਦਾ ਕੰਮ ਹੈ। ਕੋਵੈਕਸ ਨੇ ਇਹ ਪੁਸ਼ਟੀ ਕੀਤੀ ਹੈ ਕਿ ਉਹ ਆਕਸਫੋਰਡ ਐਸਟਰਾਜ਼ੈਨੇਕਾ ਦੀ ਕੋਵਿਸ਼ੀਲਡ ਵੈਕਸੀਨ ਲਈ ਸੀਰਮ ਇੰਸਟੀਚਿਊਟ ਆਫ ਇੰਡੀਆ ਤੋਂ ਆਪਣੀ ਪਹਿਲੀ 100 ਮਿਲੀਅਨ ਖੁਰਾਕ ਲਈ ਇੱਕ ਕਰਾਰ ਦਿੱਤਾ ਹੈ। ਇਸ ਤਹਿਤ ਵੈਕਸੀਨ ਸਾਲ ਦੀ ਪਹਿਲੀ ਤਿਮਾਹੀ ਵਿੱਚ ਵਿਤਰਨ ਲਈ ਉਪਲਬਧ ਹੋਵੇਗੀ। ਭਾਰਤੀ ਬੈਂਕਾਂ ਦੇ ਅਰਬਾਂ ਰੁਪਏ ਲੈ ਕੇ ਭੱਜਣ ਵਾਲਾ ਭਗੌੜਾ ਸ਼ਰਾਬੀ ਕਾਰੋਬਾਰੀ ਵਿਜੇ ਮਾਲਿਆ ਸਰਕਾਰ ਤੋਂ ਬਚਣ ਲਈ ਲਗਾਤਾਰ ਨਵੇਂ ਰਾਹ ਲੱਭ ਰਿਹਾ ਹੈ। ਮਾਲਿਆ ਨੇ ਬ੍ਰਿਟੇਨ ਵਿੱਚ ਰਹਿਣ ਲਈ ਇੱਕ ਹੋਰ ਚਾਲ ਖੇਡੀ ਹੈ। ਮਾਲਿਆ ਨੇ ਬ੍ਰਿਟੇਨ ਵਿੱਚ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਦੇ ਸਾਹਮਣੇ ਇੱਕ ਨਵੀਂ ਪਟੀਸ਼ਨ ਦਾਇਰ ਕੀਤੀ ਹੈ। ਮਾਲਿਆ ਦੇ ਵਕੀਲ ਨੇ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਇਹ ਜਾਣਕਾਰੀ ਦਿੱਤੀ। ਦੱਸਦੀ ਹੈ ਕਿ ਬ੍ਰਿਟੇਨ ਦੇ ਸੁਪਰੀਮ ਕੋਰਟ ਨੇ ਪਿਛਲੇ ਸਾਲ ਅਕਤੂਬਰ ਵਿੱਚ ਸਿਰਫ ਮਾਲਿਆ ਨੂੰ ਭਾਰਤ ਸਰਕਾਰ ਹਵਾਲੇ ਕਰਨ ਵਿਰੁੱਧ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਮਾਲਿਆ ਨੇ ਬ੍ਰਿਟੇਨ ਵਿੱਚ ਪਨਾਹ ਮੰਗੀ ਸੀ। ਹਾਲਾਂਕਿ ਯੂਕੇ ਦੇ ਗ੍ਰਹਿ ਮੰਤਰਾਲੇ ਨੇ ਇਸ ਦੀ ਨਾ ਹੀ ਪੁਸ਼ਟੀ ਕੀਤੀ ਹੈ ਨਾ ਹੀ ਇਨਕਾਰ ਕੀਤਾ ਹੈ। ਅਦਾਲਤ ਵਿੱਚ ਇਨਸੋਲਵੈਂਸੀ ਐਂਡ ਕੰਪਨੀਆਂ ਦੇ ਜੱਜ ਨੇ ਨਾਈਜਲ ਵਾਰਨੇਟ ਨੇ ਮਾਲਿਆ ਦੇ ਵਕੀਲ ਫਿਲਿਪ ਮਾਰਸ਼ਲ ਨੂੰ ਹਵਾਲਗੀ ਬਾਰੇ ਕਈ ਸਵਾਲ ਪੁੱਛੇ। ਇਸ ਸਵਾਲਾਂ ਦੇ ਜਵਾਬ ਵਿੱਚ
ਵਿੱਚ ਉਹਨਾਂ ਕਿਹਾ ਕਿ ਮਾਲਿਆ ਬ੍ਰਿਟੇਨ ਵਿੱਚ ਰਹਿਣ ਲਈ ਇੱਕ ਹੋਰ ਰਸਤਾ ਲੱਭ ਰਿਹਾ ਹੈ। ਇਸ ਦੇ ਲਈ ਉਸਨੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਦੇ ਸਾਹਮਣੇ ਨਵੀਂ ਅਰਜ਼ੀ ਦਾਖਲ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਮਾਲਿਆ ਲਈ ਬ੍ਰਿਟੇਨ ਵਿੱਚ ਪਨਾਹ ਲੈਣ ਦਾ ਇਹ ਇੱਕ ਹੋਰ ਤਰੀਕਾ ਹੋ ਸਕਦਾ ਹੈ। ਕਾਨੂੰਨੀ ਸ਼ਰਨ ਮਿਲੇਗੀ ਜਾਂ ਨਹੀਂ ਇਸ ਗੱਲ ਤੇ ਨਿਰਭਰ ਕਰੇਗਾ ਕਿ ਮਾਲਿਆ ਨੇ ਪਹਿਲਾਂ ਸ਼ਰਨ ਲਈ ਅਰਜ਼ੀ ਦਿੱਤੀ ਸੀ ਜਾਂ ਨਹੀਂ। ਦੱਸ ਦਈਏ ਕਿ ਪਿਛਲੇ ਹਫ਼ਤੇ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਵਿਜੇ ਮਾਲਿਆ ਨੂੰ ਬ੍ਰਿਟੇਨ ਤੋਂ ਭਾਰਤ ਲਿਆਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਨੇ, ਪਰ ਕੁਝ ਨੁਕਤਿਆਂ ਤੇ ਚੱਲ ਰਹੀ ਕਾਨੂੰਨੀ ਕਾਰਵਾਈ ਕਾਰਨ ਇਸ ਵਿੱਚ ਦੇਰੀ ਹੋ ਰਹੀ ਹੈ। ਸਰਕਾਰ ਨੇ ਅਦਾਲਤ ਨੂੰ ਕਿਹਾ ਸੀ ਕਿ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੂੰ ਉਦੋਂ ਤੱਕ ਭਾਰਤ ਹਵਾਲੇ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਬ੍ਰਿਟੇਨ ਵਿੱਚ ਵੱਖਰੀ ਗੁਪਤ ਕਾਨੂੰਨੀ ਪ੍ਰਕਿਰਿਆ ਦਾ ਹੱਲ ਨਹੀਂ ਹੋ ਜਾਂਦਾ। ਜ਼ਿਕਰਯੋਗ ਹੈ ਕਿ ਵਿਜੇ ਮਾਲਿਆ ਦੀ ਬੰਦ ਹੋ ਚੁੱਕੀ ਕਿੰਗਫਿਸ਼ਰ ਅਤੇ ਬੰਦ 에ਅਰਲਾਈਨਾਂ ਤੇ 9 ਭਾਰਤੀ ਬੈਂਕਾਂ ਦੇ 1000 ਕਰੋੜ ਰੁਪਏ ਤੋਂ ਵੱਧ ਦੀ ਬਕਾਇਦੀ ਅਦਾਇਗੀ ਨਾ ਕਰਨ ਦਾ ਦੋਸ਼ੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰਨ ਕੌਰ ਮਾਨ ਨੂੰ ਦਿਓ ਆ ਗਿਆ। ਸਤਿ ਸ਼੍ਰੀ ਅਕਾਲ।